Hey viewers, welcome to my channel. I am Ranbir Singh Makkar, your IELTS trainer, and in today's grammar series, we will learn present continuous tense. In present continuous tense, we will first of all look at its indicators. पंजाबी ਵਿੱਚ ਇਹਦੀ ਪਛਾਣ ਹੁੰਦੀ ਹੈ ਰਿਹਾ ਹੈ, ਰਿਹਾ ਹਾਂ, ਰਹੀ ਹਾਂ, ਰਹੀ ਹੈ, ਰਹੇ ਹਨ, ਰਹੀਆਂ ਹਨ, etc. For example, मैं खाना खा रहा हाँ, ਉਹ कसरत कर रहा है, सीता गाना गा रही है, and which ਇਹ indicators ਲੱਗੇ ਹੁੰਦੇ ਆ. Then let's come to the rules. First of all, affirmative sentences ਜਿਹਨੂੰ ਆਪਾਂ simple ਜਾਂ positive sentences ਵੀ ਕਹਿੰਦੇ ਆ. ਉਹਦਾ ਰੂਲ ਹੈ subject ਹੁੰਦਾ ਕੰਮ ਕਰਨ ਵਾਲਾ. For example, ਮੈਂ homework ਕਰ ਰਿਹਾ ਹਾਂ, ਇਹਦੇ ਵਿੱਚ मैं काम कर रहा तो मैं सब्जेक्ट है, मतलब I is the subject. Then helping verb जाता is या am या फिर are. तिना में डिफरेंस की है. am लगेगा सिर्फ I दे नाल, जरो सब्जेक्ट I होएगा सिर्फ ओदे नाल ही am लगदा. is लगदा सारे थर्ड पर्सन सिंगुलर्स नाल. ਇਹਦੇ ਵਿੱਚ ਆਂਦੇ ਹੈ he, she, it, this, that, each, every, ਇਹ ਸਾਰੇ ਵਰਡਸ ਜਾਂ ਕਿਸੇ ਦਾ ਨੇਮ ਦਿੱਤਾ ਹੋਇਆ ਜਾਂ ਫਿਰ ਕੋਈ ਵੀ ਸਿੰਗੂਲਰ ਵਰਡ ਆ ਗਿਆ ਲਾਈਕ ਬॉय, ਗਰਲ, ਮੈਨ, ਵੂਮਨ, ਸਾਰੇ ਸਿੰਗੂਲਰਸ ਨਾਲ is ਲੱਗੇਗਾ. are ਲੱਗੇਗਾ we ਨਾਲ, you ਨਾਲ, they ਨਾਲ ਤੇ ਸਾਰੇ ਪਲੂਰਲ ਵਰਡਸ ਨਾਲ ਲਾਈਕ boys, girls, people, children. After that, there is verbs first form and ing. Continuous tenses ਦੀ ਪਛਾਣ ਹੁੰਦੀ ਕਿ ਇਹਦੇ ਵਿੱਚ ਹਮੇਸ਼ਾ verb ਦੀ first form ਨਾਲ ing ਲੱਗਦਾ. verb ਕੀ ਹੁੰਦੀ ਹੈ? verb is the action, ਕੰਮ. ਕਿਹੜਾ ਕੰਮ ਹੋ ਰਿਹਾ ਹੈ ਉਹਨੂੰ ਇੰਗਲਿਸ਼ ਵਿੱਚ verb ਕਹਿੰਦੇ ਆ. For example, ਸੀਤਾ ਗਾਣਾ ਗਾ ਰਹੀ ਹੈ. ਸੀਤਾ ਕੀ ਕਰ ਰਹੀ ਹੈ? ਗਾ ਰਹੀ ਹੈ. ਤਾਂ ਗਾਣਾ is the action, verb. Then object. object ਮਤਲਬ ਕਿਹਦੇ ਉੱਪਰ ਕੰਮ ਹੋ ਰਿਹਾ. For example, ਮਾਤਾ ਜੀ ਕੱਪੜੇ ਧੋ ਰਹੇ ਹਨ. ਮਾਤਾ ਜੀ ਸਬਜੈਕਟ ਹੈ, ਧੋਣਾ ਐਕਸ਼ਨ ਹੈ. ਕਿਹਨੂੰ ਧੋ ਰਹੇ ਨੇ? ਕੱਪੜਿਆਂ ਨੂੰ, ਤਾਂ ਕੱਪੜੇ ਆਬਜੈਕਟ ਹੈ. ਲਾਸਟ ਤੇ ਪ੍ਰੈਪੋਜੀਸ਼ਨਲ ਪਾਰਟ. ਪ੍ਰੈਪੋਜੀਸ਼ਨ ਦਾ ਕੀ ਪਰਪਸ ਹੁੰਦਾ ਹੈ? ਇਹਦੇ ਅਲੱਗ-ਅਲੱਗ ਪਰਪਸ ਹੁੰਦੇ ਆ. ਜੇ ਤਾਂ ਆਪਾਂ ਨੂੰ ਕੰਮ ਹੋਣ ਦਾ ਟਾਈਮ ਦਿੱਤਾ ਹੋਵੇ ਜਾਂ ਫਿਰ ਇਹ ਕੰਮ ਹੋਣ ਦੀ ਪਲੇਸ ਨੂੰ ਰਿਪਰੈਜ਼ੈਂਟ ਕਰਦੀ ਹੈ, ਰੀਜ਼ਨ ਨੂੰ ਵੀ, ਮੈਥਡ ਨੂੰ ਵੀ, ਡਾਇਰੈਕਸ਼ਨ ਨੂੰ ਵੀ. ਇਹਦੇ ਅਲੱਗ-ਅਲੱਗ ਫੰਕਸ਼ਨਸ ਹੁੰਦੇ ਆ. ਉਹ ਸਾਰੇ ਵਾਸਤੇ ਆਪਾਂ ਪ੍ਰੈਪੋਜੀਸ਼ਨ ਨੂੰ ਯੂਜ਼ ਕਰਦੇ ਹਾਂ. ਨੈਗੇਟਿਵ ਸੈਂਟੈਂਸਸ, ਨੈਗੇਟਿਵ ਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ, ਸਿਰਫ ਹੈਲਪਿੰਗ ਵਰਬ ਤੋਂ ਬਾਅਦ ਨੋਟ ਆ ਜਾਏਗਾ. ਬਾਕੀ ਸਾਰਾ ਸੈਂਟੈਂਸ ਸੇਮ ਰਹੇਗਾ. ਇੰਟਰੋਗੇਟਿਵ ਸੈਂਟੈਂਸਸ ਵਿੱਚ ਹੈਲਪਿੰਗ ਵਰਬ ਹਮੇਸ਼ਾ ਸਟਾਰਟਿੰਗ ਤੇ ਲੱਗਦੀ ਹੈ. ਇਸ ਟੈਂਸ ਵਿੱਚ ਹੈਲਪਿੰਗ ਵਰਬ ਹੁੰਦੀ ਹੈ is ਔਰ am ਔਰ are. ਹੈਲਪਿੰਗ ਵਰਬ ਸਟਾਰਟਿੰਗ ਤੇ ਲਗਾ ਕੇ ਉਸ ਤੋਂ ਬਾਅਦ ਬਾਕੀ ਦੇ ਪਾਰਟਸ ਆਪਣੀ ਆਪਣੀ ਜਗ੍ਹਾ ਤੇ ਰਹਿਣਗੇ. Let's look at the examples now. मैं स्कूल जा रहा हाँ. This is present continuous क्योंकि ਇਹਦੇ ਲਾਸਟ ਤੇ ਰਿਹਾ ਹਾਂ ਲੱਗਿਆ ਹੋਇਆ. ਰਿਹਾ, ਰਹੀ, ਰਹੇ, ਰਹੀਆਂ ਇਹ ਇੰਡੀਕੇਟਰਸ ਹੈ ਕੰਟੀਨਿਊਸ ਟੈਂਸ ਦੇ. ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਸਬਜੈਕਟ ਲੱਭਣਾ ਪੈਣਾ. ਸਬਜੈਕਟ ਮੀਨਸ ਕੰਮ ਕਰਨ ਵਾਲਾ, ਕੌਣ ਕੰਮ ਕਰ ਰਿਹਾ. ਇਹਦੇ ਵਿੱਚ ਮੈਂ ਕੰਮ ਕਰ ਰਿਹਾ ਤਾਂ ਮੈਂ ਸਬਜੈਕਟ ਹੈ. ਮੈਂ ਦੀ ਇੰਗਲਿਸ਼ I. ਸਬਜੈਕਟ ਲਗਾ ਲਿਆ. ਉਸ ਤੋਂ ਬਾਅਦ ਹੈਲਪਿੰਗ ਵਰਬ. ਹੁਣ I ਨਾਲ ਕਿਹੜੀ ਹੈਲਪਿੰਗ ਵਰਬ ਆਏਗੀ? I ਨਾਲ am ਆਏਗਾ. I am. ਉਸ ਤੋਂ ਬਾਅਦ verb plus ing. verb ਕੀ ਹੈ? ਕੰਮ. ਕੀ ਕੰਮ ਹੋ ਰਿਹਾ? ਮੈਂ ਕੀ ਕਰ ਰਿਹਾ? ਮੈਂ ਜਾ ਰਿਹਾ. ਜਾਣ ਦੀ ਇੰਗਲਿਸ਼ go. ਹੁਣ verb ਦੇ ਨਾਲ ਹੀ ing ਵੀ ਲੱਗੇਗਾ. I am going. ਕਿੱਥੇ ਜਾ ਰਹੇ ਹਾਂ? ਉਸ ਜਗ੍ਹਾ ਦਾ ਨਾਮ. ਜਦੋਂ ਵੀ go ਦੇ ਨਾਲ ਜਗ੍ਹਾ ਦਾ ਨਾਮ ਦਿੱਤਾ ਹੋਵੇ ਤਾਂ ਹਮੇਸ਼ਾ to ਲੱਗਦਾ ਹੈ. I am going to school. Next sentence, ਮੇਰਾ ਭਰਾ homework ਕਰ ਰਿਹਾ ਹੈ. ਇਹਦੇ ਵਿੱਚ subject ਮੇਰਾ ਭਰਾ. ਮੇਰਾ ਭਰਾ ਕਿਹੜੀ ਕੈਟੇਗਰੀ ਵਿੱਚ ਆਏਗਾ?
आई नहीं आ सकता, थर्ड पर्सन सिंगुलर विच आ सकता है यस, बिकॉज मेरा भरा एक मेल है, सिंगुलर है, तो ही दी कैटेगरी में आएगा, या सिंगुलर वर्ड भी अपन कह सकते हैं, तो ਉਹਦੇ ਨਾਲ हेल्पिंग वर्ब आएगी is, my brother is। उस तो बाद verb की काम कर रहे हैं, कर रहे हैं, करन इंग्लिश do, my brother is doing नाल ing लग गया, की कर रहे हैं ऑब्जेक्ट, होमवर्क कर रहे हैं तो होमवर्क इज द ऑब्जेक्ट, my brother is doing homework। now look at its uses। ਸਭ ਤੋਂ ਪਹਿਲਾਂ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਨੂੰ ਯੂਜ਼ ਕਰਦੇ ਹਾਂ ਕਿਸੇ ਵੀ ਐਕਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ ਜਿਹੜਾ ਐਟ ਪ੍ਰੈਜ਼ੈਂਟ ਪ੍ਰੋਗਰੈਸ ਵਿੱਚ ਹੈ, ਕੰਮ ਜਿਹੜਾ ਚੱਲ ਰਿਹਾ ਹੈ, ਕਰੰਟਲੀ ਹੋ ਰਿਹਾ ਹੈ। ਫॉर एग्जांपल ਮੈਂ ਖਾਣਾ ਖਾ ਰਿਹਾ ਹਾਂ, ਉਹ ਕੰਮ ਚੱਲ ਰਿਹਾ ਹੈ। ਸਿਮਿਲਰਲੀ she is writing an essay, ਉਹ ਇੱਕ ਐਸੇ ਲਿਖ ਰਹੀ ਹੈ, ਉਹ ਕੰਮ ਹੁਣ ਕਰ ਰਹੀ ਹੈ। next use is fixed action in near future। ਆਉਣ ਵਾਲੇ ਫਿਊਚਰ ਵਿੱਚ ਆਪਾਂ ਕੋਈ ਕੰਮ ਫਿਕਸ ਕੀਤਾ ਹੋਇਆ, ਕੋਈ ਸਾਡਾ ਪਲਾਨ ਹੈ ਜੋ ਸਾਨੂੰ ਕਨਫਰਮ ਹੈ ਕਿ ਹੋਏਗਾ ਹੀ ਹੋਏਗਾ, ਉਹਦੇ ਲਈ ਵੀ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਯੂਜ਼ ਕਰਦੇ ਹਾਂ। ਫॉर एग्जांपल he is coming from Delhi tomorrow, अब कल आ रहा है लेकिन सानू आज ही कन्फर्म है कि वो आ रहा है। नेक्स्ट टेंपरेरी सिचुएशंस, कोई भी काम टेंपरेरीली हो रहा होवे पर ये नहीं पता कि कदों तक होएगा, ਉਹਦੇ ਨਾਲ ਵੀ ਆਪਾਂ प्रेजेंट कंटीन्यूअस टेंस लगाने हैं। फॉर एग्जांपल he is living in New York, that means वो at present न्यूयॉर्क ਵਿੱਚ ਰਹਿ ਰਿਹਾ ਹੈ, लेकिन कदों तक रहेगा ਸਾਨੂੰ नहीं पता। नेक्स्ट करंट ट्रेंड्स, ਹੁਣ ਦੇ ਟਾਈਮ ਵਿੱਚ ਜਿਹੜੇ ਟ੍ਰੈਂਡਸ ਚੱਲ ਰਹੇ ਆ ਉਹਨਾਂ ਵਾਸਤੇ ਵੀ ਆਪਾਂ प्रेजेंट कंटीन्यूअस टेंस यूज करते हैं। फॉर एग्जांपल people are doing online shopping these days, ਲੋਕ ਅੱਜਕੱਲ ऑनलाइन शॉपिंग कर रहे हैं nowadays। नेक्स्ट टेंपरेरी और न्यू हैबिट्स, कोई भी ऐसी हैबिट जो टेंपरेरी होवे, कुछ टाइम ਲਈ ਹੋਵੇ ਜਾਂ ਅਸੀਂ ਨਵੀਂ ਸਟਾਰਟ ਕੀਤੀ ਹੋਵੇ, ਉਹਦੇ ਲਈ ਵੀ ਅਸੀਂ प्रेजेंट कंटीन्यूअस टेंस यूज करते हैं। फॉर एग्जांपल आई एम डूइंग योगा these days, मैं ਅੱਜਕੱਲ योगा कर ਰਿਹਾ, ਪਹਿਲਾਂ ਕਰਦਾ ਸੀ ਇਹ ਨਹੀਂ ਪਤਾ, ਆਉਣ ਵਾਲੇ ਟਾਈਮ ਵਿੱਚ ਕੰਟੀਨਿਊ ਕਰਾਂਗਾ ਇਹ ਵੀ ਨਹੀਂ ਪਤਾ, that means ਇਹ ਮੇਰੀ टेंपरेरी हैबिट है। So these were the uses of present continuous tense। Now we will do an exercise। Exercise ਵਿੱਚ ਸਾਡੇ ਕੋਲ 8 questions ਹੈ, ਮੈਂ ਇਹਨਾਂ ਨੂੰ ਸਿੰਪਲ ਟ੍ਰਾਂਸਲੇਟ ਕਰਾਂਗਾ। ਤੁਹਾਡਾ ਹੋਮਵਰਕ ਇਹ ਹੈ ਕਿ ਤੁਸੀਂ ਇਹਦੇ ਨੈਗੇਟਿਵ ਤੇ ਇੰਟਰੋਗੇਟਿਵ ਸੈਂਟੈਂਸਸ ਆਪ ਕਰੋਗੇ। ਜੇ ਤੁਹਾਨੂੰ ਕਿਤੇ ਵੀ ਹੈਲਪ ਦੀ ਲੋੜ ਹੈ ਤੁਸੀਂ ਮੈਨੂੰ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਮੇਰੀ ਈਮੇਲ ਆਈਡੀ ਵਿੱਚ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ। So the first sentence is ਲੋਕ ਫਾਸਟ ਫੂਡ ਪਸੰਦ ਕਰ ਰਹੇ ਹਨ। ਸਭ ਤੋਂ ਪਹਿਲਾਂ ਆਪਾਂ ਕੀ ਦੇਖਾਂਗੇ, ਸਬਜੈਕਟ। ਸਬਜੈਕਟ ਕੌਣ ਹੈ ਇਹਦੇ ਵਿੱਚ, ਲੋਕ, ਕਿਉਂਕਿ ਲੋਕੀ ਕੋਈ ਕੰਮ ਕਰ ਰਹੇ ਹੈ, ਤਾਂ ਲੋਕਾਂ ਦੀ ਇੰਗਲਿਸ਼ ਪੀਪਲ। ਸਬਜੈਕਟ ਤੋਂ ਬਾਅਦ ਕੀ ਆਏਗਾ, ਹੈਲਪਿੰਗ ਵਰਬ। ਪੀਪਲ प्लूरल वर्ड है, तो प्लूरल वर्ड ना की हेल्पिंग वर्ब आएगी आर। उस तो बाद वर्ब। वर्ब मींस एक्शन, की काम हो रहा है, लोग की कर रहे हैं, पसंद कर रहे हैं। सो पसंद करना इज द एक्शन और वर्ब। पीपल आर पसंद कर रहे इंग्लिश लाइक, लाइकिंग बना ली, लाइक दे पिछों ई हट जाएगी। देन ऑब्जेक्ट, की पसंद कर रहे हैं, फास्ट फूड, तो फास्ट फूड साडा ऑब्जेक्ट। पीपल आर लाइकिंग फास्ट फूड। सेकंड सेंटेंस, हर एक व्यक्ति जीवन में संघर्ष कर रहा है। सब्जेक्ट है हर एक व्यक्ति, क्योंकि हर एक व्यक्ति है जो कोई काम कर रहे हैं। हर एक व्यक्ति की इंग्लिश एवरीवन या एवरी पर्सन, कोई भी लगा सकते हैं। हर एवरीवन, जितने भी एवरी वर्ड आ गया वो एक सिंगुलर पर्सन होएगा, तो सिंगुलर पर्सन दे नाल केड़ी हेल्पिंग वर्ब लगेगी, इज। आ देखो ਇਹਦੇ ਵਿੱਚ ਦਿੱਤਾ ਵੀ ਹੋਇਆ एवरी, ईच ਤੇ एवरी दोनों सिंगुलर काउंट ਹੁੰਦੇ ਆ, ਤਾਂ हेल्पिंग वर्ब आ गई इज। काम की हो रहा है, संघर्ष कर रहा है, संघर्ष कर रहे इंग्लिश स्ट्रगलिंग। स्ट्रगल इज द मेन वर्ब, पर जब आप पहले विच आईएनजी लगावांगे तो ई हट जाएगी।
किथे स्ट्रगल कर रहे हैं लाइफ विच, ਤਾਂ ਉਹ ਪ੍ਰੈਪੋਜੀਸ਼ਨ ਪਾਰਟ ਆ ਗਿਆ ਇਨ ਲਾਈਫ। ਥਰਡ ਸੈਂਟੈਂਸ ਮੇਰੇ ਪਿਤਾ ਜੀ ਕੱਲ ਦਿੱਲੀ ਜਾ ਰਹੇ ਹਨ। ਇਹਦੇ ਵਿੱਚ ਸਬਜੈਕਟ ਹੈ ਮੇਰੇ ਪਿਤਾ ਜੀ। ਮੇਰੇ ਪਿਤਾ ਜੀ ਕਿੰਨੇ ਪਰਸਨ ਨੇ? ਇੱਕ। ਸਟੂਡੈਂਟ ਨੂੰ ਭਾਵੇਂ ਪਲੂਰਲ ਲੱਗਦਾ ਲੇਕਿਨ ਉਹ ਸਿੰਗਲ ਪਰਸਨ ਹੀ ਹੈ। ਆਪਾਂ ਰਿਸਪੈਕਟ ਲਈ ਜਾ ਰਹੇ ਹਨ ਕਹਿੰਦੇ ਹੋਏ ਆਪਾਂ ਇਦਾਂ ਨਹੀਂ ਕਹਿ ਸਕਦੇ ਮੇਰੇ ਪਿਤਾ ਜੀ ਕੱਲ ਦਿੱਲੀ ਜਾ ਰਿਹਾ ਹੈ। ਭਾਵੇਂ ਆਪਾਂ ਜਾ ਰਹੇ ਹਨ ਹੀ ਕਹਿੰਦੇ ਤਾਂ ਵੀ ਉਹ ਸਿੰਗਲ ਪਰਸਨ ਹੀ ਰਹਿਣਗੇ। ਤਾਂ ਸਿੰਗਲ ਪਰਸਨ ਦੇ ਨਾਲ ਹੈਲਪਿੰਗ ਵਰਬ ਆਏਗੀ ਇਜ਼। ਮਾਈ ਫਾਦਰ is ਕੀ ਕਰ ਰਹੇ ਹਨ? ਜਾ ਰਹੇ ਹਨ। ਕਿੱਥੇ ਜਾ ਰਹੇ ਹਨ? ਦਿੱਲੀ। ਤਾਂ ਨਾਲ to ਵੀ ਆਏਗਾ going to Delhi। ਟਾਈਮ ਵੀ ਦਿੱਤਾ ਹੈ ਕਦੋਂ? ਕੱਲ। ਆਉਣ ਵਾਲਾ ਕੱਲ ਮਤਲਬ tomorrow। ਨੈਕਸਟ ਸੈਂਟੈਂਸ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਇਹਦੇ ਵਿੱਚ ਮੇਨ ਸਬਜੈਕਟ ਹੈ ਧਰਤੀ ਦਾ ਤਾਪਮਾਨ। ਹੁਣ ਕਈ ਕਹਿਣਗੇ ਕਿ ਸਿਰਫ ਧਰਤੀ ਮੇਨ ਸਬਜੈਕਟ ਹੈ। ਨੋ, ਕੰਮ ਦੇਖੋ ਕੀ ਹੋ ਰਿਹਾ, ਵੱਧ ਰਿਹਾ। ਕੀ ਵੱਧ ਰਿਹਾ? ਤਾਪਮਾਨ ਵੱਧ ਰਿਹਾ। ਤਾਪਮਾਨ ਕਿਹਦਾ? ਧਰਤੀ ਦਾ। ਤਾਂ ਕੱਲਾ ਤਾਪਮਾਨ ਵੀ ਸਬਜੈਕਟ ਨਹੀਂ ਹੈ, ਕੱਲੀ ਧਰਤੀ ਵੀ ਸਬਜੈਕਟ ਨਹੀਂ, ਕਿਉਂਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਧਰਤੀ ਵੱਧ ਰਹੀ ਹੈ, ਉਹਨਾਂ ਨੇ ਕਿਹਾ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਤਾਂ ਪੂਰਾ ਜਿਹੜਾ ਵਰਡ ਹੈ ਧਰਤੀ ਦਾ ਤਾਪਮਾਨ, ਇਹ ਸਾਰਾ ਸਬਜੈਕਟ ਆਏਗਾ। Earth's temperature now because temperature is a singular word ਤਾਂ ਇਹਦੇ ਨਾਲ is ਆਏਗਾ। ਉਸ ਤੋਂ ਬਾਅਦ verb ਕੀ ਹੈ? ਵਧਣਾ। ਵਧਣ ਇੰਗਲਿਸ਼ rising ਜਾਂ increasing। ਕੋਈ ਵੀ ਚੀਜ਼ ਜਿਹੜਾ ਲੈਵਲ ਵਿੱਚ ਵਧੀ ਤਾਂ ਆਪਾਂ ਉਹਨੂੰ ਰਾਈਜ਼ ਕਹਿੰਦੇ ਆ। ਟੈਂਪਰੇਚਰਸ ਲਈ ਖਾਸ ਕਰਕੇ ਇੱਥੇ ਆਪਾਂ ਰਾਈਜ਼ ਲਗਾਵਾਂਗੇ। ਰਾਈਜ਼ ਨਾਲ ing ਲਗਾਤੀ, ਰਾਈਜ਼ਿੰਗ। ਲਗਾਤਾਰ ਵਧ ਰਿਹਾ ਹੈ। ਲਗਾਤਾਰ ਦੀ ਇੰਗਲਿਸ਼ ਕੰਟੀਨਿਊਸਲੀ। ਨੈਕਸਟ, ਹਰ ਸਾਲ ਕਈ ਟੂਰਿਸਟ ਭਾਰਤ ਘੁੰਮਣ ਆ ਰਹੇ ਹਨ। ਇਹਦੇ ਵਿੱਚ ਸਬਜੈਕਟ ਕਈ ਕਹਿਣਗੇ ਹਰ ਸਾਲ ਹੈ। ਨੋ, ਹਰ ਸਾਲ ਕੰਮ ਨਹੀਂ ਕਰ ਰਿਹਾ, ਟੂਰਿਸਟ ਕੰਮ ਕਰ ਰਿਹਾ। ਹਰ ਸਾਲ ਟਾਈਮ ਹੈ, ਸੋ ਕਈ ਟੂਰਿਸਟ ਇਹਦੇ ਵਿੱਚ ਸਬਜੈਕਟ ਹੈ। Many tourists are ਘੁੰਮਣ ਆ ਰਹੇ ਹਨ। ਇਹਨੂੰ ਆਪਾਂ ਟਰੈਵਲਿੰਗ ਵੀ ਲਿਖ ਸਕਦੇ ਆ, ਵਿਜ਼ਿਟਿੰਗ ਵੀ ਲਿਖ ਸਕਦੇ ਆ। ਵਿਜ਼ਿਟਿੰਗ। ਕਿੱਥੇ ਵਿਜ਼ਿਟ ਕਰ ਰਹੇ ਆ? ਇੰਡੀਆ। ਟਾਈਮ ਦਿੱਤਾ ਹੋਇਆ ਹੈ, ਯੈਸ। ਟਾਈਮ ਨੂੰ ਆਪਾਂ ਲਾਸਟ ਤੇ ਲਗਾਵਾਂਗੇ, ਐਵਰੀ ਈਅਰ। ਨੈਕਸਟ, ਪਿੰਡਾਂ ਦੇ ਲੋਕ ਬਹੁਤ ਸਾਰੀਆਂ ਸੁਵਿਧਾਵਾਂ ਦਾ ਆਨੰਦ ਮਾਣ ਰਹੇ ਹਨ। ਇਹਦੇ ਵਿੱਚ ਸਬਜੈਕਟ ਹੈ ਪਿੰਡਾਂ ਦੇ ਲੋਕ, ਕਿਉਂਕਿ ਉਹ ਨੇ ਜਿਹੜੇ ਆਨੰਦ ਮਾਣ ਰਹੇ ਨੇ। ਵਿਲੇਜਰਸ। ਪਲੂਰਲ ਹੈ ਤਾਂ ਆਰ ਲਗਾਤਾ। ਆਨੰਦ ਮਾਣ ਰਹੇ ਹਨ is the verb part. ਆਨੰਦ ਮਾਣਨ in English enjoy। ਕਿਸ ਚੀਜ਼ ਦਾ ਆਨੰਦ ਮਾਣ ਰਹੇ ਹੈ? ਸੁਵਿਧਾਵਾਂ ਦਾ। ਹੁਣ ਸਿਰਫ ਸੁਵਿਧਾਵਾਂ ਆਬਜੈਕਟ ਨਹੀਂ ਹੈ, ਨਾਲ ਇਹ ਵਰਡ ਵੀ ਦਿੱਤਾ ਹੈ ਬਹੁਤ ਸਾਰੀਆਂ ਸੁਵਿਧਾਵਾਂ। ਬਹੁਤ ਸਾਰੇ in English many ਜਾਂ a lot or ਕੋਈ ਵੀ ਲਗਾ ਸਕਦੇ ਹੋ। Villages are enjoying many ਸੁਵਿਧਾਵਾਂ in English facilities or services। Next, ਮੇਰਾ ਭਰਾ ਅੱਜਕੱਲ ਸੰਗੀਤ ਸਿੱਖ ਰਿਹਾ ਹੈ। ਮੇਰਾ ਭਰਾ ਸਬਜੈਕਟ। ਸਿੰਗਲ ਪਰਸਨ ਹੈ ਤਾਂ is ਆ ਗਿਆ। ਸਿੱਖਣ ਦੀ ਇੰਗਲਿਸ਼ learn ਨਾਲ ing। ਕੀ ਸਿੱਖ ਰਿਹਾ? ਸੰਗੀਤ
संगीत इज द ऑब्जेक्ट, म्यूजिक। टाइम भी दिता हुआ है आजकल, आजकल मीन्स दीज डेज। लास्ट सेंटेंस, फैक्ट्रियां दरियावां ते धरती हेठले पानी नूं दूषित कर रही हन। काम हो रहा है दूषित होना, कौन दूषित कर रहे? फैक्ट्री है, तो फैक्ट्रियां अपना सब्जेक्ट ने। प्लूरल नाल आर आएगा। की कर रही ने? दूषित कर रही ने। दूषित करन इंग्लिश पोल्यूट। आईएनजी लगा दी आपां, ई डिलीट करता। पोल्यूटिंग, हुण किनू पोल्यूट कर रही ने? पानी नू। पर केड़ा पानी है? हेठला पानी। किदे हेठला पानी? धरती हेठला पानी। होर किनू कर रही ने? दरियावां नू। ते सारा पार्ट अपना ऑब्जेक्ट विच आएगा, क्योंकि वो सिर्फ पानी नू पोल्यूट नहीं कर रही, दरियावां नू अते धरती हेठले पानी नू पोल्यूट कर रही ने। सो ये पूरा वर्ड आपां ऑब्जेक्ट की जगह ते लिखांगे। दरियावां दी इंग्लिश रिवर्स, एंड धरती हेठला पानी मीन्स अंडरग्राउंड वाटर। सो ਇਹ ਸੀ ਆਪਣੀ ਅੱਜ ਦੀ ਐਕਸਰਸਾਈਜ਼ ਪ੍ਰੈਜ਼ੈਂਟ ਕੰਟੀਨਿਊਅਸ ਟੈਂਸ ਦੀ। ਤੁਸੀਂ ਇਹਨਾਂ ਸੈਂਟੈਂਸਸ ਨੂੰ ਨੈਗੇਟਿਵ ਤੇ ਇੰਟਰੋਗੇਟਿਵ ਵਿੱਚ ਖੁਦ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰਿਓ। ਕਿਤੇ ਵੀ ਪ੍ਰੋਬਲਮ ਆਉਂਦੀ ਹੈ, I am there to help you. Thanks for watching my video, guys. I hope you liked this video. So please subscribe to my channel and like and share my video. You can also give me feedback in the comment section. Stay home, stay safe, keep learning. Thank you.